ਇਹ ਕਾਨੂੰਨਾਂ ਨੂੰ ਬਦਲਣ ਦਾ ਅਧਿਕਾਰ ਕੀ ਜਿਹੜਾ ਇੱਕ ਐਗਰੀਕਲਚਰ ਦਾ ਸੈਕਟਰੀ ਹੈ ਉਹ ਰੱਖਦਾ। ਸਾਡੀ ਮੰਗ ਤਾਂ ਇਹ ਹੈ ਕਿ ਜਿਹੜੇ ਕਾਨੂੰਨ ਇਹ ਰੱਦ ਕੀਤੇ ਜਾਣ। ਕੇਂਦਰ ਸਰਕਾਰ ਦੇ ਜਿਹੜੇ ਕੋਈ ਨੁਮਾਇੰਦੇ ਆ, ਸਾਨੂੰ ਜਿਹੜੇ ਅਹੁਦਿਆਂ ਤੇ ਬੈਠੇ ਹੋਏ ਆ, ਕੋਈ ਵਜ਼ੀਰ ਬਣੇ ਹੋਏ ਆ, ਉਹਨਾਂ ਦਾ ਸੱਦਾ ਆਊਗਾ, ਅਸੀਂ ਪ੍ਰਬੰਧ ਕਰਾਂਗੇ। ਗੱਲਬਾਤ ਤੋਂ ਕਦੇ ਨਹੀਂ ਭੱਜਦੇ। ਅਗਰ ਕੋਈ ਇੱਕ ਜਥੇਬੰਦੀ ਇਹਦੇ ਚੋਂ ਵੱਖਰਾ ਕੋਈ ਪ੍ਰੋਗਰਾਮ ਦੇਊਗੀ, ਉਹਨੂੰ ਸਵੀਕਾਰ ਨਹੀਂ ਕੀਤਾ ਜਾਊਗਾ। ਜੇ ਲੱਖੋਵਾਲ ਜਥੇਬੰਦੀ ਨੇ ਕੀਤਾ ਤਾਂ ਗਲਤ ਕੀਤਾ, ਇਸੇ ਕਰਕੇ ਉਹਨੂੰ ਸਸਪੈਂਡ ਕੀਤਾ, ਕਿਉਂਕਿ ਪਹਿਲਾਂ ਹੀ ਇਹ ਜਥੇਬੰਦੀ ਲੋਕਾਂ ਦੇ ਨਿਸ਼ਾਨੇ ਉੱਤੇ ਸੀ। ਉਹ ਲੋਕਾਂ ਦਾ ਜੋ ਲੋਕਾਂ ਦੇ ਸਵਾਲ ਸੀ ਉਹਦੇ ਤੇ ਮੋਹਰ ਲਾਤੀ ਇਹ ਜਥੇਬੰਦੀ ਨੇ। ਮਾੜਾ ਕੀਤਾ, ਚੰਗਾ ਨਹੀਂ ਕੀਤਾ। ਤਾਂ ਅੱਜ ਉਹੀ ਸੁਖਬੀਰ ਬਾਦਲ ਕਹਿ ਰਿਹਾ ਕਿ ਕਾਨੂੰਨ ਬਹੁਤ ਲੋਕ ਵਿਰੋਧੀ ਨੇ। ਅੱਜ ਟਰੈਕਟਰ ਮਾਰਚ ਕਰਨ ਦੇ ਡਰਾਮੇ ਰਚੇ ਜਾ ਰਹੇ ਨੇ। ਇਹ ਤਾਂ ਇੱਕ ਐਜੀਟੇਸ਼ਨ ਹੈ ਇਹ ਕਿ ਜਿਹੜੇ ਕਰੋੜਾਂ ਦੀਆਂ ਕਾਰਾਂ ਦੇ ਵਿੱਚ ਬਹਿੰਦੇ ਸੀ, ਉਹ ਕਾਰਾਂ 'ਚੋਂ ਉਤਾਰ ਕੇ ਟਰੈਕਟਰਾਂ ਉੱਤੇ ਚੜ੍ਹਾਤੇ ਲੋਕਾਂ ਨੇ। ਇਹ ਡਰਾਮੇਬਾਜ਼ੀਆਂ ਕਰ ਰਿਹਾ। ਕਾਂਗਰਸ ਦਾ ਵੀ ਇਹੀ ਹੈ, ਰਾਹੁਲ ਗਾਂਧੀ ਦਾ ਵੀ ਇਹੀ ਹਾਲ ਹੈ, ਸੁਖਬੀਰ ਦਾ ਵੀ ਇਹੀ ਹਾਲ ਹੈ, ਅਤੇ ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੈ। ਜੇ ਆਮ ਆਦਮੀ ਪਾਰਟੀ ਇਸ ਗੱਲ ਤੇ ਖੜੀ ਹੈ ਤਾਂ ਕੇਜਰੀਵਾਲ ਕਿਉਂ ਨਹੀਂ ਉੱਥੇ ਇਹ ਮਤਾ ਪਾਸ ਕਰਦਾ? ਕੇਜਰੀਵਾਲ ਚੁੱਪ ਬੈਠਾ ਇਸ ਤੇ। ਪੰਜਾਬ ਦੇ ਵਿੱਚ ਆਪ ਵਾਲੇ ਕੀ ਕਰਨਗੇ? ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨ ਹੋ ਰਹੇ ਨੇ, ਉੱਥੇ ਪੰਜਾਬ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੂੰਜੀਪਤੀ ਘਰਾਣਿਆਂ ਦੇ ਵਪਾਰਕ ਅਦਾਰਿਆਂ ਦੇ ਬਾਹਰ ਬੀਤੇ ਕਈ ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਰੇਲਾਂ ਵੀ ਰੋਕੀਆਂ ਜਾ ਰਹੀਆਂ ਨੇ। ਆਓ ਅੱਜ ਅਸੀਂ ਇਹਨਾਂ ਧਰਨਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਲੈਂਦੇ ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਲ ਜੀ ਨਾਲ। ਤੁਹਾਡਾ ਸਵਾਗਤ ਹੈ ਜੀ ਲੋਕ ਰੰਗ ਪੰਜਾਬੀ ਚੈਨਲ ਤੇ ਜੀ। ਧੰਨਵਾਦ ਜੀ, ਸ਼ੁਕਰੀਆ। ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਸਭ ਤੋਂ ਪਹਿਲਾ ਸਵਾਲ ਜੀ, ਤੁਸੀਂ ਇੱਕ ਜਥੇਬੰਦੀ ਦੇ ਸੂਬਾ ਪ੍ਰਧਾਨ ਹੋ ਜੀ। ਸਭ ਤੋਂ ਪਹਿਲਾਂ ਅਸੀਂ ਇਹ ਪੁੱਛਣਾ ਚਾਹਾਂਗੇ ਜੀ ਕਿ ਹੁਣ ਤੱਕ ਕਿੱਦਾਂ ਦਾ ਹੁੰਗਾਰਾ ਮਿਲ ਰਿਹਾ? ਇਹ ਜੋ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਦਾ ਹੁਣ ਤੱਕ ਕੀ ਸਿੱਟਾ ਨਿਕਲਿਆ? ਦੇਖੋ, ਬਹੁਤ ਵਧੀਆ। ਇਹ ਇਕੱਲਾ ਕਿਸਾਨਾਂ ਦਾ ਅੰਦੋਲਨ ਨਾ ਰਹਿ ਕੇ ਇਹ ਆਮ ਲੁਕਾਈ ਦਾ ਅੰਦੋਲਨ ਬਣ ਚੁੱਕਿਆ। ਬਹੁਤ ਸਾਰੇ ਸ਼ਹਿਰ ਵਾਸੀਆਂ ਨੇ ਵੱਡਾ ਸਹਿਯੋਗ ਦਿੱਤਾ। ਜਿਵੇਂ 25 ਤਰੀਕ ਨੂੰ ਬੰਦ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਸੀ, ਹੁਣ ਵੀ ਬੜਾ ਸਹਿਯੋਗ ਦੇ ਰਹੇ ਆ। ਵਪਾਰ ਮੰਡਲ, ਆੜ੍ਹਤੀ ਐਸੋਸੀਏਸ਼ਨ, ਟਰੱਕ ਯੂਨੀਅਨ, ਹੋਰ ਮੁਲਾਜ਼ਮ ਜਥੇਬੰਦੀਆਂ, ਮਜ਼ਦੂਰਾਂ ਦੀਆਂ ਜਥੇਬੰਦੀਆਂ, ਆਮ ਲੋਕਾਂ ਦਾ ਪੂਰਾ ਸਮਰਥਨ ਹੈ। ਆਏ ਦਿਨ ਜਿਹੜੇ ਧਰਨੇ ਆ ਉਹਨਾਂ ਦੇ ਵਿੱਚ ਜਿਹੜਾ ਇਕੱਠ ਹੈ ਉਹ ਵੱਧ ਰਹੇ ਨੇ ਜੀ। ਇਹ ਤੁਸੀਂ ਜੋ ਕੇਂਦਰ ਸਰਕਾਰ ਵੱਲੋਂ 3 ਖੇਤੀਬਾੜੀ ਕਾਨੂੰਨ ਬਣਾਏ ਗਏ ਨੇ, ਪਹਿਲਾਂ ਇਹਨਾਂ ਨੂੰ ਕਰੋਨਾ ਦੇ ਦੌਰਾਨ ਆਰਡੀਨੈਂਸਾਂ ਦੇ ਤੌਰ ਦੇ ਵਿੱਚ ਲਿਆਂਦਾ ਗਿਆ, ਰੂਪ ਦੇ ਵਿੱਚ ਲਿਆਂਦਾ ਗਿਆ। ਉਸ ਤੋਂ ਬਾਅਦ ਇੱਕਦਮ ਦੋਨੇ ਸਦਨਾਂ ਦੇ ਵਿੱਚੋਂ ਪਾਸ ਕਰਾ ਕੇ ਫਿਰ ਰਾਸ਼ਟਰਪਤੀ ਦੇ ਉੱਤੇ ਮੋਹਰ ਵੀ ਲੱਗਣੀ ਤੇ ਉਸ ਤੋਂ ਬਾਅਦ ਇਹਨਾਂ ਨੇ ਕਾਨੂੰਨਾਂ ਦਾ ਰੂਪ ਧਾਰ ਕਰ ਲੈਣਾ। ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਥੋੜ੍ਹੀ ਕਿ ਇਹਨਾਂ ਬਾਰੇ ਚਾਨਣਾ ਪਾਓ। ਅਸੀਂ ਕਹਿਣਾ ਚਾਹਾਂਗੇ ਕਿ ਮੋਦੀ ਸਰਕਾਰ ਨੇ ਕਰੋਨਾ ਦੀ ਆੜ ਹੇਠ ਜਿਹੜੇ ਬਹੁਤ ਘਾਤਕ 3 ਆਰਡੀਨੈਂਸ ਲੈ ਕੇ ਆਉਂਦੇ। ਚੌਥਾ ਬਿਜਲੀ ਬਿੱਲ 2020, ਇਹ ਇੰਨੇ ਆਰਡੀਨੈਂਸ ਘਾਤਕ ਆ। ਅਸੀਂ ਸਮਝਦੇ ਹਾਂ ਕਿ ਅਸਲ ਦੇ ਵਿੱਚ ਇਹ ਆਰਡੀਨੈਂਸਾਂ ਤੇ ਦਸਤਖਤ ਨਹੀਂ ਕੀਤੇ, ਇਹ ਕਿਸਾਨਾਂ ਦੀ ਮੌਤ ਦੇ ਵਾਰੰਟਾਂ ਤੇ ਦਸਤਖਤ ਕੀਤੇ ਆ। ਇਹਨਾਂ 3 ਕਾਨੂੰਨਾਂ ਦੇ ਨਾਲ ਜਿਹੜਾ ਛੋਟਾ ਤੇ ਦਰਮਿਆਨਾ ਕਿਸਾਨ ਹੈ, ਇਹਦੀ ਹੋਂਦ ਖਤਮ ਹੋ ਜਾਣੀ ਹੈ। ਹੋਂਦ ਹੀ ਨਹੀਂ ਰਹਿਣੀ ਕਿ ਕੋਈ ਛੋਟਾ ਤੇ ਦਰਮਿਆਨਾ ਕਿਸਾਨ ਹੁੰਦਾ ਸੀ। ਤੇ ਇਸ ਤੋਂ ਅੱਗੇ ਜਿਹੜੀ ਖੇਤੀ ਹੈ, ਖੇਤੀ ਵੀ ਸਾਰੀ ਦੀ ਸਾਰੀ ਇਹ ਜਿਹੜੀ ਅੱਜ ਅਸੀਂ ਸਮੂਹਕ ਤੌਰ ਤੇ ਖੇਤੀ ਕਰ ਰਹੇ ਹਾਂ, ਕੋਈ ਥੋੜੀ ਕਰਦਾ, ਕੋਈ ਬਾਹਲੀ ਕਰਦਾ, ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇਣ ਜਾ ਰਹੇ ਆ। ਖਰੀਦ ਵੀ ਪ੍ਰਾਈਵੇਟ ਹੋਊਗੀ, ਸਾਰਾ ਪ੍ਰਬੰਧ ਪ੍ਰਾਈਵੇਟ ਹੋਊਗਾ ਤੇ ਖੇਤੀ ਵੀ ਕਾਰਪੋਰੇਟ ਘਰਾਣੇ ਕਰਨਗੇ। ਕਿਸਾਨਾਂ ਦੇ ਹੱਥਾਂ ਦੇ ਵਿੱਚੋਂ ਇਹ ਜਿਹੜੀ ਖੇਤੀ ਹੋ ਰਹੀ ਹੈ ਉਹ ਨਿਕਲ ਜਾਣੀ ਹੈ, ਖੁੱਸ ਜਾਣੀ ਹੈ। ਇਸ ਕਰਕੇ ਜਿਹੜਾ ਵੱਡੀ ਪੱਧਰ ਤੇ ਅੰਦੋਲਨ ਹੈ, ਕਿਸਾਨਾਂ ਨੂੰ ਆਪਦੀ ਹੋਂਦ ਬਚਾਉਣ ਦਾ ਸਵਾਲ ਹੈ, ਜ਼ਿੰਦਗੀ ਮੌਤ ਦਾ ਸਵਾਲ ਹੈ। ਕੇਂਦਰ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਚੋਲਿਆਂ ਜੋ ਵਿਚੋਲਗੀ ਕਰਨ ਵਾਲੇ ਨੇ ਉਹਨਾਂ ਵੱਲੋਂ ਕਿਸਾਨਾਂ ਨੂੰ ਬਰਗਲਾਇਆ ਜਾ ਰਿਹਾ। ਇਹ ਜਿਹੜੇ ਕਾਨੂੰਨ ਨੇ ਇਹ ਕਿਸਾਨਾਂ ਦੇ ਹਿੱਤ 'ਚ ਨੇ? ਨਹੀਂ, ਅਸਲ ਦੇ ਵਿੱਚ ਇਹ ਬਿਲਕੁਲ ਬਕਵਾਸ ਹੈ। ਕੇਂਦਰ ਸਰਕਾਰ ਨੇ ਦੇਖੋ, ਜਿਹੜਾ ਪਹਿਲਾ ਖੇਤੀ ਪ੍ਰਬੰਧ ਹੁੰਦਾ ਸੀਗਾ, ਬਲਦਾਂ ਵਾਲੀ ਖੇਤੀ ਹੁੰਦੀ ਸੀ, ਦੇਸੀ ਖੇਤੀ ਹੁੰਦੀ ਸੀ, ਦੇਸੀ ਬੀਜ ਹੁੰਦੇ ਸੀ, ਕੋਈ ਖਾਦ ਨਹੀਂ ਹੁੰਦੀ, ਕੋਈ ਟਰੈਕਟਰ ਨਹੀਂ ਸੀ ਹੁੰਦੀ। ਇੱਕ ਮਾਡਲ ਸੀ, ਉਹ ਬਾਬੇ ਨਾਨਕ ਦਾ ਸਿਰਜਿਆ ਹੋਇਆ ਗੁਜ਼ਾਰੇ ਵਾਲੀ ਖੇਤੀ ਦਾ। ਪਹਿਲਾਂ ਉਹ ਮਾਡਲ ਖਤਮ ਹੋਇਆ ਇੱਥੇ ਬਿਲਕੁਲ। ਅੱਜ ਉਹਦੀ ਕੋਈ ਚੀਜ਼ ਨਹੀਂ ਮਿਲਦੀ ਸਾਨੂੰ, ਕੋਈ ਦੇਸੀ ਖਾਦ ਨਹੀਂ ਮਿਲਦੀ, ਦੇਸੀ ਬੀਜ ਨਹੀਂ ਮਿਲਦਾ, ਕੋਈ ਬਲਦ ਨਹੀਂ ਮਿਲਦੇ, ਕੋਈ ਸੰਦ ਨਹੀਂ ਮਿਲਦੇ। ਉਹ ਮਾਡਲ ਪੂਰੀ ਤਰ੍ਹਾਂ ਖਤਮ ਹੋ ਗਿਆ। ਉਸ ਤੋਂ ਬਾਅਦ ਅਨਾਜ ਦੇ ਗੰਦਾਮ ਭਰਨ ਦੇ ਲਈ ਜਦੋਂ ਅਨਾਜ ਦਾ ਤੂੜਾ ਹੁੰਦਾ ਸੀ, ਇਹਨਾਂ ਨੇ ਹਰਾ ਇਨਕਲਾਬ ਦੀ ਪਾਲਿਸੀ ਲੈ ਕੇ ਆਂਦੀ। ਉਹਦੇ ਵਿੱਚ ਵੀ ਹਰੀ ਕ੍ਰਾਂਤੀ ਦੇ ਵਿੱਚ ਵੀ
ਸਭ ਤੋਂ ਵੱਧ ਯੋਗਦਾਨ ਦਿੱਤਾ ਸੀ ਪੰਜਾਬ ਤੇ ਹਰਿਆਣਾ ਨੇ ਪੂਰੇ ਦੇਸ਼ ਦਾ ਢਿੱਡ ਭਰਨ ਲਈ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੋਰ ਕੋਈ ਐਡੇ ਵੱਡੇ ਕਾਰੋਬਾਰ ਨਾ ਆਉਣੇ, ਸਿਰਫ ਖੇਤੀ ਦੇ ਉੱਤੇ ਹੀ ਆਧਾਰਿਤ ਆਪਾਂ ਸੂਬਾ ਮੰਨਿਆ ਜਾਂਦਾ ਗਾ। ਇਹਦੇ ਤੇ ਕਿੰਨਾ ਕੁ ਇਹਨਾਂ ਕਾਨੂੰਨਾਂ ਦਾ ਅਸਰ ਪਵੇਗਾ ਤੇ ਪੰਜਾਬ ਦੀ ਜੋ ਆਰਥਿਕਤਾ ਉਹਨੂੰ ਕਿੰਨੀ ਕੁ ਸੱਟ ਲੱਗੇਗੀ? ਬਹੁਤ ਵੱਡੀ ਜਿਹੜਾ ਪੇਂਡੂ ਅਰਥਚਾਰਾ ਨਾ ਬਿਲਕੁਲ ਉਹ ਤਬਾਹ ਹੋ ਜਾਏਗਾ, ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਇਹਦੇ ਤੇ ਸਾਰੇ ਦੀ ਸਾਰੀ ਵਸੋਂ ਹੀ ਨਿਰਭਰ ਆ, ਸਾਰਾ ਦਾਰੋਮਦਾਰ ਖੇਤੀ ਦੇ ਉੱਤੇ ਆ। ਜਦੋਂ ਇਹ ਖੇਤੀ ਸਾਡੇ ਹੱਥਾਂ ਦੇ ਵਿੱਚੋਂ ਨਿਕਲ ਗਈ ਤਾਂ ਪੇਂਡੂ ਅਰਥਚਾਰਾ, ਜਿਹੜੇ ਪਿੰਡਾਂ ਦੇ ਵਿੱਚ ਬੈਠੇ ਲੋਕ ਆ, ਉਹਨਾਂ ਨੇ ਵੀ ਖੇਰੂ ਹੋ ਜਾਣਾ। ਉਹਨਾਂ ਨੇ ਕਿਸੇ ਕਾਰਪੋਰੇਟ ਘਰਾਣੇ ਦੇ ਚਲੇ ਜਾਣਾ, ਕਿਸੇ ਨੇ ਕਿਤੇ ਚਲੇ ਜਾਣਾ। ਜਿਹੜੀ ਵੱਡੀ ਸੱਟ ਵੱਜੂਗੀ ਆਰਥਿਕਤਾ ਨੂੰ, ਇਹ ਪੇਂਡੂ ਨੂੰ। ਤੇ ਵੱਡਾ ਯੋਗਦਾਨ ਪਾਇਆ ਸੀ ਪੰਜਾਬ ਨੇ ਤੇ ਹਰਿਆਣਾ ਨੇ, 70% ਤੱਕ ਕਣਕ ਔਰ ਜਿਹੜਾ ਚਾਵਲ ਹੈ ਕੇਂਦਰੀ ਅਨਾਜ ਭੰਡਾਰ ਦੇ ਵਿੱਚ ਪਾਇਆ। ਪਰ ਅੱਜ ਇਹ ਜਿਹੜਾ ਖੇਤੀ ਹਰਾ ਇਨਕਲਾਬ ਕਹਿੰਦੇ ਆ, ਜਿਹਨੂੰ ਪਹਿਲੀ ਹਰੀ ਕ੍ਰਾਂਤੀ ਕਹਿੰਦੇ ਆ, ਉਹ ਮਾਡਲ ਨੂੰ ਖਤਮ ਕਰਨ ਜਾ ਰਿਹਾ। ਪੂਰੇ ਦਾ ਪੂਰਾ ਮਾਡਲ ਖਤਮ ਹੋਊਗਾ। ਪੂਰਾ ਪ੍ਰਬੰਧ, ਸਰਕਾਰੀ ਖਰੀਦ ਏਜੰਸੀਆਂ, ਸਰਕਾਰੀ ਭਾਅ, ਮਾਰਕੀਟ ਕਮੇਟੀਆਂ, ਮੰਡੀ ਬੋਰਡ, ਪੇਂਡੂ ਖਰੀਦ ਕੇਂਦਰ, ਇਹ ਸਾਰਾ ਕੁਝ ਖਤਮ ਹੋ ਜਾਊਗਾ। ਇੱਥੋਂ ਨਵਾਂ ਮਾਡਲ ਵੱਡੇ ਸੈਲੋ ਬਣ ਕੇ ਉੱਥੇ ਖਰੀਦਦਾਰੀ ਹੋਊਗੀ ਤੇ ਕਾਰਪੋਰੇਟ ਘਰਾਣੇ ਖੇਤੀ ਕਰਨਗੇ। ਪੂਰੇ ਮਾਡਲ ਨੂੰ ਬਦਲਣ ਦਾ ਸਵਾਲ ਹੈ ਜੀ। ਤੁਹਾਡਾ ਕਹਿਣਾ ਹੈ ਕਿ ਕਿਸਾਨਾਂ ਦੇ ਹੱਥਾਂ 'ਚੋਂ ਲੈ ਕੇ ਆੜ੍ਹਤੀਆਂ ਦੇ ਹੱਥਾਂ 'ਚੋਂ ਲੈ ਕੇ ਇਹ ਪੂਰਾ ਜੋ ਖੇਤੀ ਕਾਰੋਬਾਰ ਆ, ਇਹ ਕੇਂਦਰ ਸਰਕਾਰ ਪੂੰਜੀਪਤੀ ਘਰਾਣੇ ਨੂੰ ਸੌਂਪਣ ਜਾ ਰਹੀ ਹੈ? ਹਾਂ, ਬਿਲਕੁਲ 100% ਸੱਚ ਹੈ ਕਿ ਕਿਸਾਨਾਂ ਦੇ ਹੱਥੋਂ ਵੀ ਨਿਕਲੂ, ਆੜ੍ਹਤੀਆਂ ਦੇ ਹੱਥੋਂ ਵੀ ਨਿਕਲੂ। ਜਿਹੜੇ ਪੱਲੇਦਾਰ ਨੇ, ਝਰਾਵੇ ਨੇ, ਰੇਲ ਗੱਡੀਆਂ ਭਰਦੇ ਨੇ ਤੇ ਟਰੱਕ ਯੂਨੀਅਨਾਂ ਜਿਹੜੀਆਂ ਛੋਟੇ ਕਾਰੋਬਾਰ ਬਾਰੇ ਸਿਰਫ ਤੇ ਸਿਰਫ ਉਹ ਗੱਲੇ ਤੇ ਨਿਰਭਰ ਆ, ਮੰਡੀਆਂ ਦੇ ਵਿੱਚੋਂ ਚੁੱਕ ਕੇ ਬੋਰੀਆਂ ਉਹ ਸੈਲਰਾਂ ਦੇ ਵਿੱਚ ਲੈ ਜਾਂਦੇ ਆ, ਗੋਦਾਮਾਂ 'ਚ ਲੈ ਜਾਂਦੇ ਆ। ਇਹ ਸਾਰਾ ਕਾਰੋਬਾਰ ਖਤਮ ਹੋ ਜਾਣਾ, ਠੱਪ ਹੋ ਜਾਣਾ ਹੈ ਜੀ। ਜੇ ਗੱਲ ਕਰੀਏ ਧਰਨਿਆਂ ਦੀ, ਤਾਂ ਇਸ ਵਾਰ ਪੂੰਜੀਪਤੀ ਘਰਾਣਿਆਂ ਦੇ ਜੋ ਵਪਾਰਕ ਅਦਾਰੇ ਨੇ, ਪੈਟਰੋਲ ਪੰਪ ਹੋ ਗਏ, ਉਹਨਾਂ ਦੇ ਸ਼ਾਪਿੰਗ ਮਾਲ ਹੋ ਗਏ, ਉਹਨਾਂ ਦੇ ਬਾਹਰ ਵੀ ਕਿਸਾਨ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਕਾਰੋਬਾਰ ਬੀਤੇ ਕੁਝ ਦਿਨਾਂ ਤੋਂ ਪੂਰੀ ਤਰ੍ਹਾਂ ਨਾਲ ਠੱਪ ਨੇ। ਕੇਂਦਰ ਸਰਕਾਰ ਨੂੰ ਨਾ ਘੇਰਦੇ ਹੋਏ ਉਹਨਾਂ ਨੂੰ ਘੇਰਨ ਦਾ ਕੀ ਮੰਤਵ? ਇਹ ਦੇਖੋ, ਦੋਨਾਂ ਨੂੰ ਘੇਰਿਆ ਹੋਇਆ ਸਾਡਾ। ਕੇਂਦਰ ਸਰਕਾਰ ਦਾ ਜਿਹੜਾ ਰੇਲਵੇ ਮਹਿਕਮਾ, ਸਾਰੇ ਦਾ ਸਾਰਾ ਇਹ ਕੇਂਦਰ ਸਰਕਾਰ ਦਾ। ਰੇਲਵੇ ਟਰੈਕਾਂ ਤੇ ਬੈਠ ਕੇ ਅਸੀਂ ਕੇਂਦਰ ਸਰਕਾਰ ਨੂੰ ਚੈਲੰਜ ਕੀਤਾ ਕਿ ਅਗਰ ਤੁਸੀਂ ਅਜਿਹਾ ਕਰੋਗੇ ਤਾਂ ਲੋਕ ਤੁਹਾਡਾ ਕਾਰੋਬਾਰ ਨਹੀਂ ਚੱਲਣ ਦੇਣਗੇ, ਕਿਉਂਕਿ ਸਭ ਤੋਂ ਵੱਡਾ ਇਹ ਹੈਗਾ ਮਤਲਬ ਪ੍ਰਬੰਧ ਜਿਹੜਾ ਰੇਲਵੇ ਦਾ ਭਾਰਤ ਦੇ ਵਿੱਚ। ਇਹਨੂੰ ਜਾਮ ਕਰਨਾ ਕੇਂਦਰ ਸਰਕਾਰ ਨੂੰ ਅਸੀਂ ਚੈਲੰਜ ਕੀਤਾ ਤੇ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਚੈਲੰਜ ਕੀਤਾ ਕਿ ਤੁਸੀਂ ਜ਼ਮੀਨਾਂ ਹਥਿਆਉਣ ਦੀਆਂ ਗੱਲਾਂ ਕਰਦੇ ਹੋ ਤਾਂ ਜਿਹੜੇ ਤੁਸੀਂ ਪਹਿਲਾਂ ਵਾਲੇ ਤੁਹਾਡੇ ਹੈਗੇ ਇੱਥੇ ਕਾਰੋਬਾਰ, ਉਹਨਾਂ ਨੂੰ ਚਲਾ ਕੇ ਦੇਖ ਲਓ। ਉਹਦੇ ਵਿੱਚ ਅਸੀਂ ਮੌਲਾਂ ਨੂੰ ਚੁਣਿਆ, ਉਹਦੇ ਵਿੱਚ ਅਸੀਂ ਰਿਲਾਇੰਸ ਦੇ ਪੰਪ ਚੁਣੇ ਆ, ਉਹਦੇ ਵਿੱਚ ਅਸੀਂ ਟੋਲ ਪਲਾਜ਼ੇ ਚੁਣੇ ਆ। ਇਸ ਕਰਕੇ ਤੇ ਜਾਂ ਫਿਰ ਜਿਹੜਾ ਸੈਂਟਰ ਦਾ ਭਾਰਤੀ BJP ਦੇ ਹੈਗੇ ਨੁਮਾਇੰਦੇ, ਜਿਹੜੇ ਜਿਨ੍ਹਾਂ ਨੇ ਇਹ ਕਾਨੂੰਨ ਪਾਸ ਕੀਤੇ ਆ, ਉਹਨਾਂ ਨੂੰ ਚੁਣਿਆ ਕਿ ਉਹਨਾਂ ਦੇ ਘਰਾਂ ਅੱਗੇ ਜਿਹੜੇ ਧਰਨੇ ਮੁਜ਼ਾਹਰੇ ਆ ਘਰਾਓ ਆ, ਉਹਨਾਂ ਦਾ ਅਸੀਂ ਕਰ ਰਹੇ ਹਾਂ ਤਾਂ ਕਿ ਇਹਦੇ ਤੋਂ ਕੰਧ ਤੇ ਲਿਖਿਆ ਪੜ੍ਹਨ। ਜੀ ਹਾਂ, ਤੁਸੀਂ ਕਿਹਾ ਵੀ ਰੇਲਾਂ ਰੋਕੀਆਂ ਜਾ ਰਹੀਆਂ ਨੇ, ਪਰ ਸੂਬਾ ਸਰਕਾਰ ਵੱਲੋਂ ਵੀ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ ਮਾਲ ਗੱਡੀਆਂ ਨੂੰ ਲੰਘਣ ਦੀ ਅਪੀਲ ਕੀਤੀ ਹੈ ਵੀ ਉਹਨਾਂ ਨੂੰ ਲੰਘਾਇਆ ਜਾਵੇ, ਕਿਉਂਕਿ ਹੁਣ ਅਖਬਾਰਾਂ 'ਚ ਵੀ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਸਾਰੇ ਜਿਹੜੇ ਥਰਮਲ ਪਲਾਂਟ ਆ ਉਹਨਾਂ ਦੇ ਵਿੱਚ ਕੋਲੇ ਦੀ ਜੋ ਸੀਗੇ ਭੰਡਾਰ ਸੀਗੇ ਉਹ ਖਤਮ ਹੋਣ ਦੀ ਕਗਾਰ ਤੇ ਆ ਗਿਆ। 1-2 ਥਰਮਲ ਪਲਾਂਟ ਤਾਂ ਇਦਾਂ ਦੇ ਨੇ ਜਿਨ੍ਹਾਂ ਕੋਲੇ 1-2 ਦਿਨਾਂ ਦਾ ਹੀ ਕੋਲਾ ਰਹਿ ਗਿਆ ਅਤੇ ਬਾਕੀ ਜੋ ਗੋਦਾਮਾਂ ਦੇ ਵਿੱਚ ਝੋਨਾ ਪਿਆ ਪਿਛਲੇ ਸਾਲ ਦਾ, ਜੋ ਪਿਛਲੇ ਸੀਜ਼ਨ ਦਾ ਝੋਨਾ ਪਿਆ, ਉਹ ਗੋਦਾਮ ਹਜੇ ਖਾਲੀ ਨਹੀਂ ਹੋਏ ਤੇ ਅਗਲੀ ਫਸਲ ਮੰਡੀਆਂ 'ਚ ਆਉਣ ਨੂੰ ਤਿਆਰ ਆ ਤੇ ਉਹਨਾਂ ਦਾ ਭੰਡਾਰ ਵੀ ਕਰਨਾ ਗਾ, ਉਹਨਾਂ ਨੂੰ ਵੀ ਖਾਲੀ ਕਰਨ ਵਾਸਤੇ ਟ੍ਰੇਨਾਂ ਚਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਹਦੇ ਤੇ ਤੁਸੀਂ ਜਥੇਬੰਦੀਆਂ ਨੇ ਕੋਈ ਵਿਚਾਰ ਵਟਾਂਦਰਾ ਕੀਤਾ? ਦੇਖੋ, ਜਿੱਥੋਂ ਤੱਕ ਇਹ ਸਵਾਲ ਹੈ ਕਿ ਥਰਮਲ ਬੰਦ ਹੋ ਜਾਣਗੇ, ਕੋਲਾ ਖਤਮ ਹੋ ਜਾਊਗਾ, ਇਹ ਜਿਹੜੇ ਐਜੀਟੇਸ਼ਨ ਦੇ ਵਿਰੋਧ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਦਾ ਇਹ ਚਰਚਾ ਹੈ। ਥਰਮਲ ਤਾਂ ਖੁਦ ਸਰਕਾਰ ਬੰਦ ਕਰਨ ਨੂੰ ਤਿਆਰ ਬੈਠੀ ਹੈ। ਪਿੱਛੇ ਕਿੰਨਾ ਰੌਲਾ ਪਿਆ, ਬਠਿੰਡਾ ਥਰਮਲ ਬੰਦ ਕਰਤਾ, ਲਹਿਰਾ ਥਰਮਲ ਬੰਦ ਕਰਨ ਜਾ ਰਹੀ ਹੈ ਕਿ ਥਰਮਲ ਬੰਦ ਕਰਕੇ ਜਿਹੜੇ ਬਿਜਲੀ ਇਹ ਖਰੀਦੀ ਹੋਈ ਹੈ ਪ੍ਰਾਈਵੇਟ ਕੰਪਨੀਆਂ ਨਾਲ ਇਹਨਾਂ ਦਾ ਸਮਝੌਤਾ ਕੀਤਾ ਹੋਇਆ, ਬਿਨਾਂ ਬਿਜਲੀ ਤੋਂ ਉਹਨਾਂ ਨੂੰ ਪੇਮੈਂਟ ਕਰ ਰਹੇ ਆ। ਕਿਤੇ ਕੋਲਾ ਨਹੀਂ ਮੁੱਕਦਾ, ਕੁਛ ਨਹੀਂ ਹੁੰਦਾ, ਥਰਮਲ ਤਾਂ ਇਹਨਾਂ ਨੇ ਚਲਾਏ ਹੀ ਨਹੀਂ ਹੈ। ਇਹ ਤਾਂ ਸਿਰਫ ਇੱਕ ਅੰਦੋਲਨ ਦੇ ਵਿਰੁੱਧ ਲੋਕ ਲਹਿਰ ਖੜੀ ਕਰਨਾ ਹੈ ਕਿ ਇੱਥੇ ਖੇਤਾਂ ਦੀ ਬਿਜਲੀ ਗੁੱਲ ਹੋ ਜੂਗੀ, ਇੱਥੇ ਘਰਾਂ ਦੀ ਬਿਜਲੀ ਗੁੱਲ ਹੋ ਜੂਗੀ। ਕੋਈ ਕੋਲਾ ਨਹੀਂ ਮੁੱਕਦਾ, ਘੱਟੋ ਘੱਟ 2 ਮਹੀਨੇ ਥਰਮਲਾਂ ਦੇ ਵਿੱਚ ਕੋਈ ਕੋਲਾ ਨਹੀਂ ਮੁੱਕਦਾ, ਐਵੇਂ ਜਿਵੇਂ ਥਰਮਲ ਚੱਲਦੇ ਰਹਿਣਗੇ। ਜੇ ਸਾਰੇ ਥਰਮਲ ਬੰਦ ਕਰ ਦੇਣ, ਬਿਜਲੀ ਦਾ ਸਿਸਟਮ ਹਿੰਦੁਸਤਾਨ ਦਾ ਇੱਕ ਹੈ ਪੂਰਾ, ਇਹ ਬਾਹਰੋਂ ਬਿਜਲੀ ਆ ਜਾਣੀ ਹੈ, ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀ ਇਹਨਾਂ ਨੇ ਖਰੀਦੀ ਹੋਈ ਹੈ, ਸਿਰਫ ਉਹਨਾਂ ਤੋਂ ਬਿਜਲੀ ਲੈ ਕੇ ਗਾਹਾਂ ਸਪਲਾਈ ਕਰਨੀ ਹੈ। ਪੈਡੀ ਸੀਜ਼ਨ ਖਤਮ ਹੋ ਚੁੱਕਾ ਹੈ, ਸਿਰਫ ਜਿਹੜੇ ਆ ਬਠਿੰਡਾ, ਬਰਨਾਲਾ, ਸੰਗਰੂਰ, ਮੋਗਾ
4 ਜ਼ਿਲ੍ਹੇ ਆ ਜਿੱਥੇ ਇੱਕ ਹਫ਼ਤਾ ਇਹਨੂੰ ਪੈਡੀ ਨੂੰ ਝੋਨੇ ਨੂੰ ਬਿਜਲੀ ਦੀ ਲੋੜ ਹੈ। ਮਾਝੇ ਦੇ ਵਿੱਚ ਝੋਨਾ ਵੱਢਿਆ ਗਿਆ, ਖਤਮ ਹੋ ਗਿਆ, ਦੁਆਬੇ ਦੇ ਵਿੱਚ ਪੱਕ ਚੁੱਕਿਆ ਤੇ ਪੰਜਾਬ ਦਾ ਮਾਲਵੇ ਦਾ ਵੀ ਇਹੀ ਹਾਲ ਆ। ਇੱਕ ਹਫ਼ਤੇ ਤੋਂ ਬਾਅਦ ਬਿਜਲੀ ਦੀ ਕੋਈ ਲੋੜ ਨਹੀਂ ਹੈ ਕਿ ਇੱਥੇ ਵੱਡੀ ਪੱਧਰ ਤੇ ਬਿਜਲੀ ਦੀ ਲੋੜ ਪਵੇ। ਇਹ ਐਵੇਂ ਕੀਤਾ ਜਾ ਰਿਹਾ ਹੈ। ਜਿੱਥੋਂ ਤੱਕ ਸਵਾਲ ਹੈ ਮਤਲਬ DAP ਖਾਦ ਦਾ ਤੇ ਮਤਲਬ ਯੂਰੀਆ ਖਾਦ ਦਾ, ਬਾਰਦਾਨੇ ਦਾ, ਅਸੀਂ ਦੇਖੋ ਸਾਰੇ ਖੇਤੀ ਕਰਨ ਵਾਲੇ ਆ। ਮੈਂ ਖੁਦ ਆਪਣਾ ਝੋਨਾ ਬੀਜਿਆ ਹੋਇਆ ਮੇਰਾ। ਜਦੋਂ ਸਰਕਾਰ ਨੇ ਰੋਕ ਲਾਤੀ ਸੀ ਕਿ 10 ਜੂਨ ਤੋਂ ਪਹਿਲਾਂ ਨਹੀਂ ਲਾਉਣਾ, ਮੈਂ 5 ਤਰੀਕ ਨੂੰ ਬੀਜਿਆ ਸੀ ਬਗਾਵਤ ਕਰਕੇ। ਅਜੇ ਮੇਰਾ ਝੋਨਾ ਨਹੀਂ 22 ਤਰੀਕ ਤੋਂ ਪਹਿਲਾਂ ਨਹੀਂ ਵੱਢਿਆ ਜਾਂਦਾ। ਤੇ ਇਹ ਗੱਲਾਂ ਕਰਦੇ DAP ਦੀਆਂ। DAP ਤਾਂ ਜੇ ਬਿਜਾਈ ਹੋਊਗੀ 1 ਮਹੀਨੇ ਨੂੰ ਸ਼ੁਰੂ। ਤੇ ਉਹ ਅਗਰ ਇਹ ਹਾਲਤ ਬਣੂਗੀ ਕਿ DAP ਦੀਆਂ ਗੱਡੀਆਂ ਜਿੱਦਾਂ ਪੰਜਾਬ ਸਰਕਾਰ ਕਹੂਗੀ ਨਾ ਸਾਨੂੰ ਆ 50 ਗੱਡੀਆਂ 40 ਗੱਡੀਆਂ DAP ਦੀਆਂ ਖੜੀਆਂ ਤੇ ਤੁਸੀਂ ਇਹਨਾਂ ਨੂੰ ਨਗਾ ਦਿਓ, ਅਸੀਂ ਨਗਾ ਦਿਆਂਗੇ DAP ਦੀਆਂ ਗੱਡੀਆਂ ਨੂੰ, ਪਰ ਰੇਲਵੇ ਟਰੈਕ ਨਹੀਂ ਖਤਮ ਨਹੀਂ ਕਰਾਂਗੇ, ਧਰਨੇ ਜਾਰੀ ਰਹਿਣਗੇ ਸਰ। ਤੁਹਾਡਾ ਕਹਿਣਾ ਵੀ ਜੋ ਜ਼ਰੂਰੀ ਵਸਤਾਂ ਦੀ ਅਗਰ ਜੇ ਕੋਈ ਕਿੱਲਤ ਪੈਂਦੀ ਆ ਤਾਂ ਉਹਦੇ ਤੇ ਤੁਸੀਂ ਰਵੱਈਆ ਜਿਹੜਾ ਨਰਮ ਕੀਤਾ ਜਾਵੇਗਾ ਤੇ ਉਹਨਾਂ ਨੂੰ ਲੰਘਾਇਆ ਜਾਵੇਗਾ। ਕਿਸਾਨਾਂ ਦੇ ਪੱਖ 'ਚ ਨਰਮ ਕੀਤਾ ਜਾਊਗਾ। ਜਦੋਂ ਕਿਸਾਨਾਂ ਨੂੰ DAP ਦੀ ਲੋੜ ਹੋਈ, ਕਿਸਾਨਾਂ ਨੂੰ ਯੂਰੀਏ ਦੀ ਲੋੜ ਹੋਈ, ਕਿਸਾਨਾਂ ਦੇ ਪੱਖ 'ਚ ਹੀ ਉਹਨੂੰ ਨਰਮ ਕੀਤਾ ਜਾਊਗਾ। ਸਰਕਾਰ ਦੇ ਵਿਰੁੱਧ ਰਹੂਗਾ। ਅਗਰ ਹੋਰ ਗੱਡੀ ਕੋਈ ਜਿਵੇਂ ਕੋਲੇ ਵਾਲੀ ਗੱਡੀ ਦਾ ਸਵਾਲ ਆ, ਹੋਰ ਗੱਡੀ ਦਾ ਕਿਸੇ ਦਾ ਸਵਾਲ ਆ, ਇੱਥੇ ਫੌਜ ਇੱਧਰ ਉੱਧਰ ਜਾਂਦੀ ਆ, ਬਿਲਕੁਲ ਨਹੀਂ ਜਾਣ ਦੇਵਾਂਗੇ ਜੀ। ਅੱਗੇ ਗੱਲ ਕਰੀਏ ਸਰਕਾਰਾਂ ਦੀ ਤਾਂ ਕੇਂਦਰੀ ਖੇਤੀ ਸਕੱਤਰ ਨੇ ਇੱਕ ਸੱਦਾ ਭੇਜਿਆ ਸੀਗਾ ਮੀਟਿੰਗ ਗੱਲਬਾਤ ਕਰਨ ਦਾ, ਉਹਨੂੰ ਸਿਰੇ ਤੋਂ ਖਾਰਜ ਕੀਤਾ ਗਿਆ ਜਥੇਬੰਦੀਆਂ ਵੱਲੋਂ। ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜਿੱਡਾ ਵੱਡਾ ਮਾਮਲਾ ਹੈ ਕਿ 3 ਕਾਨੂੰਨ ਪਾਸ ਹੋ ਚੁੱਕੇ, ਹੁਣ ਆਰਡੀਨੈਂਸ ਨਹੀਂ ਹੈ ਇਹ ਕਾਨੂੰਨਾਂ ਨੂੰ ਬਦਲਣ ਦਾ ਅਧਿਕਾਰ ਕੀ ਜਿਹੜਾ ਇੱਕ ਐਗਰੀਕਲਚਰ ਦਾ ਸੈਕਟਰੀ ਹੈ ਉਹ ਰੱਖਦਾ। ਸਾਡੀ ਮੰਗ ਤਾਂ ਇਹ ਹੈ ਕਿ ਜਿਹੜੇ ਕਾਨੂੰਨ ਰੱਦ ਕੀਤੇ ਜਾਣ ਤੇ ਜਿਹੜਾ ਐਗਰੀਕਲਚਰ ਦਾ ਕੋਈ ਸੈਕਟਰੀ ਹੈ ਉਹ ਇਸ ਦਾ ਹੀ ਅਧਿਕਾਰਤ ਹੀ ਨਹੀਂ ਹੈ। ਅਸੀਂ ਗੱਲ ਕਰਾਂਗੇ ਜਦੋਂ ਬਕਾਇਦਾ ਕੇਂਦਰ ਸਰਕਾਰ ਦੇ ਅਧਿਕਾਰਤ ਤੌਰ ਤੇ ਏਜੰਡਾ ਤੈਅ ਕਰਕੇ ਕੇਂਦਰ ਸਰਕਾਰ ਦੇ ਜਿਹੜੇ ਕੋਈ ਨੁਮਾਇੰਦੇ ਆ, ਸਾਨੂੰ ਜਿਹੜੇ ਅਹੁਦਿਆਂ ਤੇ ਬੈਠੇ ਹੋਏ ਆ, ਕੋਈ ਵਜ਼ੀਰ ਬਣੇ ਹੋਏ ਆ, ਉਹਨਾਂ ਦਾ ਸੱਦਾ ਆਊਗਾ, ਅਸੀਂ ਪ੍ਰਬੰਧ ਕਰਾਂਗੇ। ਗੱਲਬਾਤ ਤੋਂ ਕਦੇ ਨਹੀਂ ਭੱਜਦੇ। ਅਸੀਂ ਤਾਂ ਸਮਝਦੇ ਹਾਂ ਇਹ ਤਾਂ ਕਿਸਾਨਾਂ ਦਾ ਨਿਰਾਦਰ ਕੀਤਾ ਉਹਨੇ ਸੈਕਟਰੀ ਨੇ ਚਿੱਠੀ ਭੇਜ ਕੇ ਕਿ ਤੁਹਾਨੂੰ ਪਤਾ ਨਹੀਂ ਇਹ ਕਾਨੂੰਨ ਕੀ ਆ, ਮੈਂ ਤੁਹਾਨੂੰ ਸਮਝਾਉਣਾ, ਇਸ ਤੋਂ ਵੱਧ ਕੁਝ ਨਹੀਂ ਹੈ। ਇੰਨੀ ਕੁ ਸਮਝ ਅਸੀਂ ਰੱਖਦੇ ਹਾਂ। 3 ਮਹੀਨਿਆਂ ਤੋਂ ਅਸੀਂ ਅੰਦੋਲਨ ਚਲਾ ਰਹੇ ਹਾਂ। ਅਸੀਂ ਕੱਲਾ ਅੱਖਰ ਪੜ੍ਹਿਆ ਆ ਵੱਡੀ ਨੇਸਾਂ ਦਾ ਕਿ ਕਿਹੜਾ ਇਹਦੇ ਕਿਸਾਨਾਂ ਦੇ ਵਿਰੁੱਧ। ਅਸੀਂ ਕਹਿੰਦੇ ਤਿੰਨੇ ਹੀ ਸਿਰੇ ਤੋਂ ਖਾਰਜ ਕਰਨ ਵਾਲੇ ਆ ਇਹ, ਤੇ ਇਸ ਕਰਕੇ ਇਹਨੂੰ ਅਸੀਂ ਖਾਰਜ ਕੀਤਾ। ਅਣਅਧਿਕਾਰਤ ਸੱਦਾ ਪੱਤਰ ਸੀ। ਪੰਜਾਬ ਸਰਕਾਰ ਨੇ ਵੀ ਇੱਕ 3 ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜਿਹਦੇ 'ਚ 3 ਕੈਬਨਿਟ ਮਿਨਿਸਟਰ ਨੇ। ਉਹ ਕਿਸਾਨਾਂ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰਨ ਲਈ ਇਸੇ ਮੁੱਦੇ ਦੇ ਉੱਤੇ ਬਣਾਈ ਗਈ ਹੈ। ਉਹਨਾਂ ਵੱਲੋਂ ਜੇ ਸੱਦਾ ਆਉਂਦਾ ਤਾਂ ਕਿ ਉਹਨਾਂ ਨਾਲ ਰਾਬਤਾ ਕੀਤਾ ਜਾਵੇਗਾ। ਦੇਖੋ ਚੱਲਦੀਆਂ ਐਜੀਟੇਸ਼ਨ ਦੌਰਾਨ ਨਾ ਗੱਲਬਾਤ ਕਦੇ ਵੀ ਨਹੀਂ ਬੰਦ ਹੁੰਦੀ। ਗੱਲਬਾਤ ਨਾ ਅਸੀਂ ਬੰਦ ਕਰਨ ਦੇ ਹੱਕ 'ਚ ਹੈ, ਅਸੀਂ ਬੰਦ ਕਰਨ ਦੇ ਵਿਰੋਧ 'ਚ ਨਹੀਂ ਹਾਂ ਕਿ ਗੱਲਬਾਤ ਨਹੀਂ ਕਰਨੀ। ਭਾਵੇਂ ਸੈਂਟਰ ਦਾ ਸੱਦਾ ਆਉਂਦਾ, ਭਾਵੇਂ ਪੰਜਾਬ ਸਰਕਾਰ ਦਾ ਆਉਂਦਾ ਹੈ, ਅਸੀਂ ਗੱਲਬਾਤ ਲਈ ਜਾਵਾਂਗੇ। ਗੱਲਬਾਤ ਟੁੱਟ ਵੀ ਜਾਂਦੀ ਹੁੰਦੀ ਹੈ, ਕੋਈ ਲਾਜ਼ਮੀ ਨਹੀਂ ਕਿ ਗੱਲਬਾਤ ਜੇ ਜਾਵੜੇ ਤੇ ਗੱਲਬਾਤ ਨੇ ਸਿਰੇ ਹੀ ਚੜ੍ਹਨਾ ਹੁੰਦਾ। ਪਿਛਲੀਆਂ ਐਜੀਟੇਸ਼ਨ ਬਥੇਰੀਆਂ ਲੜੀਆਂ ਸੀ, ਗੱਲਬਾਤ ਟੁੱਟ ਜਾਂਦੀ ਹੈ, ਦੁਬਾਰਾ ਐਜੀਟੇਸ਼ਨ ਚੱਲਦੀ ਹੈ, ਫਿਰ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਕੋਈ ਗੱਲ ਨਹੀਂ, ਜਦੋਂ ਸਾਨੂੰ ਸੱਦਾ ਪੱਤਰ ਆਊਗਾ ਅਸੀਂ ਸੋਚਾਂਗੇ ਕੀ ਗੱਲ ਕਰਨੀ ਚਾਹੁੰਦੇ ਆ ਸਾਡੇ ਨਾਲ। ਅਸੀਂ ਤਾਂ ਮੰਗ ਰੱਖੀ ਹੋਈ ਹੈ ਪੰਜਾਬ ਸਰਕਾਰ ਕੋਲੇ ਕਿ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਵਿਸ਼ੇਸ਼ ਅਸੈਂਬਲੀ ਅਜਲਾਸ ਸੱਦ ਕੇ ਇਹਨੂੰ ਰੱਦ ਕਰੇ ਪੰਜਾਬ ਸਰਕਾਰ। ਸਾਨੂੰ ਤਾਂ ਉਹ ਜਿਹੜੇ ਤੁਹਾਡੀ ਮੰਗ ਸੀਗੀ ਉਹਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਿਰੇ ਤੋਂ ਖਾਰਜ ਕਰ ਦਿੱਤਾ। ਬਿਲਕੁਲ ਅਜੇ ਨਹੀਂ ਖਾਰਜ ਕੀਤਾ। ਸਾਨੂੰ ਕਹਿ ਰਿਹਾ ਕਿ ਅਸੀਂ ਮਤਾ ਪਾਵਾਂਗੇ, ਸਾਨੂੰ ਅਜੇ ਟਾਈਮ ਨਹੀਂ ਮਿਲਿਆ। ਬਹਾਨੇ ਬਣਾਉਂਦੇ, ਕਿਤੇ ਕਰੋਨਾ ਦਾ ਬਣਾਉਂਦੇ ਆ, ਕਿਤੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਦਾ ਬਣਾਉਂਦੇ ਆ, ਕਿਤੇ ਕੋਈ ਬਣਾਉਂਦੇ ਆ। ਕਰ ਸਕਦੀ ਹੈ ਪੰਜਾਬ ਸਰਕਾਰ ਕੋਲ ਅਧਿਕਾਰ ਹੈ। ਪਹਿਲਾਂ ਪਾਣੀਆਂ ਦੇ ਸਮਝੌਤੇ ਰੱਦ ਕੀਤੇ ਇਹਨਾਂ ਨੇ ਸਾਰੇ, ਹੁਣ ਵੀ ਕਰ ਸਕਦੇ ਆ ਇਹ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਜਾਵੜੇ, ਕੇਂਦਰ ਸਰਕਾਰ ਜਾਵੜੇ ਪੰਜਾਬ ਸਰਕਾਰ ਦੇ ਖਿਲਾਫ। ਸੁਪਰੀਮ ਕੋਰਟ ਦੇ ਵਿੱਚ ਇੱਕ ਹੋਰ ਜਥੇਬੰਦੀ ਵੀ ਗਈ ਸੀ, ਕਿਸਾਨ ਜਥੇਬੰਦੀ, ਜਿਨ੍ਹਾਂ ਨੇ ਉੱਥੇ ਰਿਟ ਪਟੀਸ਼ਨ ਦਾਇਰ ਕੀਤੀ ਸੀ। ਉਹਨੂੰ ਸਿਰੇ ਮੁਅੱਤਲ ਕੀਤਾ ਗਿਆ ਸੀਗਾ ਕਿਸਾਨ ਜਥੇਬੰਦੀਆਂ ਵੱਲੋਂ। ਆਪਣੇ ਮੰਚ ਤੋਂ ਉਹਨਾਂ ਦੇ ਆਗੂਆਂ ਨੂੰ, ਬੁਲਾਰਿਆਂ ਨੂੰ ਬੋਲਣ ਤੋਂ ਮਨ੍ਹਾ ਕੀਤਾ ਗਿਆ ਸੀਗਾ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ 31 ਜਥੇਬੰਦੀਆਂ ਨੇ ਅਧਿਕਾਰਤ ਤੌਰ ਤੇ ਇਕੱਠੇ ਹੋ ਕੇ ਮੀਟਿੰਗਾਂ ਕਰਕੇ ਫੈਸਲੇ ਲਏ ਆ। ਅਗਰ ਕੋਈ ਇੱਕ ਜਥੇਬੰਦੀ ਇਹਦੇ ਚੋਂ ਵੱਖਰਾ ਕੋਈ ਪ੍ਰੋਗਰਾਮ ਦੇਊਗੀ ਉਹਨੂੰ ਸਵੀਕਾਰ ਨਹੀਂ ਕੀਤਾ ਜਾਊਗਾ। ਜੇ ਲੱਖੋਵਾਲ ਜਥੇਬੰਦੀ ਨੇ ਕੀਤਾ ਤਾਂ ਗਲਤ ਕੀਤਾ, ਇਸੇ ਕਰਕੇ ਉਹਨੂੰ ਸਸਪੈਂਡ ਕੀਤਾ। ਜਦ ਤੱਕ ਲਿਖਤੀ ਤੌਰ ਤੇ ਸੁਪਰੀਮ ਕੋਰਟ ਦੇ ਵਿੱਚੋਂ ਕਿ ਮੈਂ ਰਿਟ ਵਾਪਸ ਲੈ ਲਿਆ, ਸੁਪਰੀਮ ਕੋਰਟ ਦੇ ਉੱਪਰ ਸਾਈਨ ਕੀਤੇ ਹੋਣ ਉਹਦੇ ਜੱਜਾਂ ਦੇ, ਤਾਂ ਉਦੋਂ ਸੋਚਿਆ ਜਾ ਸਕਦਾ ਕਿ ਇਹਨੂੰ ਮੁੜ ਬਹਾਲ ਕਰਨਾ ਜਾਂ ਨਹੀਂ ਕਰਨਾ। ਵੈਸੇ ਬਹੁਤ ਲੋਕਾਂ ਦੇ ਵਿੱਚ ਗੁੱਸਾ ਹੈ ਕਿਉਂਕਿ ਪਹਿਲਾਂ ਹੀ ਇਹ ਜਥੇਬੰਦੀ ਲੋਕਾਂ ਦੇ ਨਿਸ਼ਾਨੇ ਉੱਤੇ ਸੀ। ਉਹ ਲੋਕਾਂ ਦਾ ਜੋ ਲੋਕਾਂ ਦੇ ਸਵਾਲ ਸੀ ਉਹਦੇ ਤੇ ਮੋਹਰ ਲਾਤੀ ਇਹ ਜਥੇਬੰਦੀ ਨੇ। ਮਾੜਾ ਕੀਤਾ, ਚੰਗਾ ਨਹੀਂ ਕੀਤਾ ਜੀ। ਜੇ ਰਾਜਨੀਤਿਕ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਵਾਰੋ ਵਾਰੀ
ਪੰਜਾਬ ਦੇ ਵਿੱਚ ਨੇ ਜੋ ਵਿਰੋਧੀ ਤੇ ਭਾਜਪਾ ਦੇ ਜੋ ਐਂਟੀ ਨੇ ਸਾਰੀਆਂ ਪਾਰਟੀਆਂ, ਉਹਨਾਂ ਵੱਲੋਂ ਵਾਰੋ-ਵਾਰੀ ਆਪਣੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਡ ਸ਼ੋਅ ਕੱਢਣੇ, ਬੈਂਸ ਬ੍ਰਦਰਜ਼ ਵੱਲੋਂ ਉਹਨਾਂ ਵੱਲੋਂ ਹਰਿਆਣਾ ਵੱਲ, ਦਿੱਲੀ ਵੱਲ ਕੂਚ ਕਰਨਾ, ਉਹਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਿਆ ਜਾਣਾ। ਕੈਪਟਨ ਕਾਂਗਰਸ ਵੱਲੋਂ ਰਾਹੁਲ ਗਾਂਧੀ ਨੂੰ ਪੰਜਾਬ ਦੇ ਵਿੱਚ ਬੁਲਾ ਕੇ ਉਹਨਾਂ ਵੱਲੋਂ ਵੀ ਵੱਡੇ ਵੱਡੇ ਇੱਥੇ ਰੋਸ ਪ੍ਰਦਰਸ਼ਨ ਕਰਨੇ। ਅਤੇ ਕੱਲ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਕੈਪਟਨ ਸਰਕਾਰ ਕੋਲ ਮੰਗ ਕੀਤੀ ਹੈ ਕਿ ਵਿਸ਼ੇਸ਼ ਇਜਲਾਸ ਜਲਦ ਸੱਦਿਆ ਜਾਵੇ ਤੇ ਇਹਨਾਂ ਖਿਲਾਫ ਮਤਾ ਪਾਸ ਕੀਤਾ ਜਾਵੇ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਕਾਂਗਰਸ ਜਿੰਨਾ ਅੱਜ ਕਿਸਾਨਾਂ ਦੀ ਹਿਤੈਸ਼ੀ ਬਣਦੀ ਹੈ, ਅਸਲ ਦੇ ਵਿੱਚ 1990 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਨਰਸਿਮਹਾ ਰਾਓ ਪ੍ਰਧਾਨ ਮੰਤਰੀ ਸੀ। ਉਸ ਟਾਈਮ ਤੇ ਡੰਕਲ ਖਰੜਾ ਆਇਆ। ਡੰਕਲ ਖਰੜੇ ਤੋਂ ਬਾਅਦ ਇਹ ਗੈਟ ਸਮਝੌਤਾ ਹੋਇਆ, ਵਿਸ਼ਵ ਵਪਾਰ ਸੰਸਥਾ ਬਣੀ। ਵਿਸ਼ਵ ਵਪਾਰ ਸੰਸਥਾ ਦੀਆਂ ਪੂਰੀ ਤਰ੍ਹਾਂ ਉਹ ਨੀਤੀਆਂ ਨੂੰ ਲਾਗੂ ਕਰਨ ਲਈ ਮੋਦੀ ਸਰਕਾਰ ਨੇ 3 ਕਾਨੂੰਨ ਬਣਾਇਆ। ਜਿੰਨਾ ਮੋਦੀ ਸਰਕਾਰ ਇਹਦੇ 'ਚ ਜ਼ਿੰਮੇਵਾਰ ਹੈ, ਜੜ੍ਹਾਂ ਲਾਉਣ ਵਾਲੀ ਇੱਥੇ ਕਾਂਗਰਸ ਸਰਕਾਰ ਹੈ। ਪਹਿਲੀ ਗੱਲ ਤਾਂ ਇਹ ਸਿਧਾਂਤਕ ਤੌਰ ਤੇ ਇਹ ਸ਼ੁਰੂ ਕਾਂਗਰਸ ਨੇ ਕੀਤਾ ਤੇ ਉਸ ਤੋਂ ਬਾਅਦ ਹੁਣ ਡਰਾਮੇਬਾਜ਼ੀਆਂ। ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਕਹਿੰਦਾ ਆਇਆ, ਪਿਛਲੇ 10 ਅਗਸਤ ਨੂੰ ਅਸੀਂ ਉਹਦੇ ਕੋਲ ਘਰੇ ਜਾ ਕੇ ਸੁਖਬੀਰ ਬਾਦਲ ਦੇ ਨਾਲ 20 ਮਿੰਟ ਮੇਰੀ ਗੱਲਬਾਤ ਹੋਈ ਕਿ ਇਹ ਜਿਹੜੇ ਕਾਨੂੰਨ ਹੈ ਤਿੰਨੇ ਕਿਸਾਨਾਂ ਦੇ ਵਿਰੋਧੀ ਆਰਡੀਨੈਂਸ ਤੇ ਇਹਨਾਂ ਨੂੰ ਤੁਸੀਂ ਪਾਸ ਨਾ ਕਰੋ। ਲੋਕਾਂ ਨੇ ਤੁਹਾਨੂੰ 25 ਸਾਲ ਵੋਟਾਂ ਪਾਈਆਂ, ਪੰਜ ਵਾਰ ਤੁਹਾਡੀ ਸਰਕਾਰ ਬਣਾਈ ਹੈ, ਹੁਣ 2 ਵੋਟਾਂ ਦੀ ਲੋੜ ਆ, 2 ਵੋਟਾਂ ਤਾਂ ਲੋਕਾਂ ਦੇ ਹੱਕ 'ਚ ਪਾ ਦਿਓ। ਪਰ ਉਦੋਂ ਸੁਖਬੀਰ ਬਾਦਲ ਕਹਿੰਦਾ ਇਹ ਤਾਂ ਬਹੁਤ ਕਿਸਾਨਾਂ ਦੇ ਪੱਖ ਦੇ ਵਿੱਚ ਹੈ, ਆਜ਼ਾਦੀ ਹੈ, ਜਿੱਥੇ ਮਰਜ਼ੀ ਫਸਲ ਵੇਚੇ, ਜਿੱਥੇ ਮਰਜ਼ੀ ਲਿਜਾ ਕੇ ਵੇਚ ਲਏ। ਤੇ ਜਦੋਂ ਲੱਗਿਆ ਕਿ ਕਿਸਾਨੀ ਦਾ ਵੱਡਾ ਭਾਰ ਉੱਠ ਖੜਿਆ ਤੇ ਜਿਹੜਾ ਵੋਟ ਬੈਂਕ ਆ ਉਹ ਖੁੱਸਣ ਲੱਗਿਆ, ਤਾਂ ਅੱਜ ਉਹੀ ਸੁਖਬੀਰ ਬਾਦਲ ਕਹਿ ਰਿਹਾ ਕਿ ਕਾਨੂੰਨ ਬਹੁਤ ਲੋਕ ਵਿਰੋਧੀ ਨੇ। ਅੱਜ ਟਰੈਕਟਰ ਮਾਰਚ ਕਰਨ ਦੇ ਡਰਾਮੇ ਰਚੇ ਜਾ ਰਹੇ ਨੇ। ਇਹ ਤਾਂ ਇੱਕ ਐਜੀਟੇਸ਼ਨ ਹੈ ਇਹ ਕਿ ਜਿਹੜੇ ਕਰੋੜਾਂ ਦੀਆਂ ਕਾਰਾਂ ਦੇ ਵਿੱਚ ਬਹਿੰਦੇ ਸੀ ਉਹ ਕਾਰਾਂ 'ਚੋਂ ਉਤਾਰ ਕੇ ਟਰੈਕਟਰਾਂ ਉੱਤੇ ਚੜ੍ਹਾਤੇ ਲੋਕਾਂ ਨੇ। ਇਹ ਡਰਾਮੇਬਾਜ਼ੀਆਂ ਕਰ ਰਿਹਾ। ਕਾਂਗਰਸ ਦਾ ਵੀ ਇਹੀ ਹੈ, ਰਾਹੁਲ ਗਾਂਧੀ ਦਾ ਵੀ ਇਹੀ ਹਾਲ ਹੈ, ਸੁਖਬੀਰ ਦਾ ਵੀ ਇਹੀ ਹਾਲ ਹੈ ਤੇ ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੈ। ਜੇ ਆਮ ਆਦਮੀ ਪਾਰਟੀ ਇਸ ਗੱਲ ਤੇ ਖੜੀ ਹੈ ਤਾਂ ਕੇਜਰੀਵਾਲ ਕਿਉਂ ਨਹੀਂ ਉੱਥੇ ਇਹ ਮਤਾ ਪਾਸ ਕਰਦਾ? ਉਹਨੂੰ ਵੀ ਕਰ ਦੇਣਾ ਚਾਹੀਦਾ। ਇਹ ਇਕੱਲੇ ਪੰਜਾਬ ਦੇ ਵਿਰੁੱਧ ਨਹੀਂ ਹੈ, ਪੂਰੇ ਹਿੰਦੁਸਤਾਨ ਦੇ ਵਿਰੁੱਧ ਹੈ। ਕੇਜਰੀਵਾਲ ਚੁੱਪ ਬੈਠਾ ਇਸ ਤੇ। ਪੰਜਾਬ ਦੇ ਵਿੱਚ ਆਪ ਵਾਲੇ ਕੀ ਕਰਨਗੇ? ਜੀ, ਜੇ ਸਰਕਾਰਾਂ ਤੁਹਾਡੀ ਮੰਗ ਨਹੀਂ ਮੰਨਦੀ, ਕੇਂਦਰ ਸਰਕਾਰ ਜਾਂ ਤੁਹਾਡੀਆਂ ਜੋ ਤੁਸੀਂ ਇਹ ਕਹਿ ਰਹੇ ਹੋ ਵੀ ਕਾਨੂੰਨ ਰੱਦ ਕੀਤੇ ਜਾਣ ਜਾਂ ਤੁਹਾਡੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਜਾਂਦਾ, ਤਾਂ ਤੁਹਾਡੀ ਜਥੇਬੰਦੀਆਂ ਦੀ ਅਗਲੀ ਰਣਨੀਤੀ ਕੀ ਹੋਵੇਗੀ? ਦੇਖੋ, ਇੱਕ ਤਾਂ ਇਹ ਮੰਨ ਕੇ ਚੱਲੇ ਹਾਂ ਅਸੀਂ ਕਿ ਇਹ ਹਫ਼ਤਾ 2 ਹਫ਼ਤਿਆਂ ਦੀ ਲੜਾਈ ਨਹੀਂ ਹੈ, ਇਹ ਲੰਬੀ ਲੜਾਈ ਚੱਲੂਗੀ, ਮਹੀਨਿਆਂ ਬੱਧੀ ਲੜਾਈ ਚੱਲੂਗੀ ਇਹ। ਤੇ ਅਸੀਂ ਇਹਦੇ ਵਿੱਚ ਫਸਲਾਂ ਵੀ ਬੀਜਾਂਗੇ, ਫਸਲਾਂ ਵੇਚਾਂਗੇ ਵੀ ਤੇ ਐਜੀਟੇਸ਼ਨ ਵੀ ਚੱਲਦੀ ਰਹੂਗੀ ਜਦ ਤੱਕ ਤਿੰਨਾਂ ਕਾਨੂੰਨਾਂ ਦਾ। ਅਸੀਂ ਸਮਝਦੇ ਹਾਂ ਕਿ ਜਦੋਂ ਖੇਤੀ ਉੱਜੜ ਰਹੀ ਹੈ, ਕਿਸਾਨ ਉੱਜੜ ਰਿਹਾ, ਮਜ਼ਦੂਰ ਉੱਜੜ ਰਿਹਾ ਹੈ, ਸਾਰਾ ਕਾਰੋਬਾਰ ਉੱਜੜ ਰਿਹਾ ਹੈ, ਤੇ ਫਿਰ ਘਰੇ ਬੈਠ ਕੇ ਕਰਨਾ ਵੀ ਕੀ ਆ ਅਸੀਂ? ਇਹ ਲਗਾਤਾਰ ਮੋਰਚੇ ਆ ਜਿਹੜੇ ਜਾਰੀ ਰਹਿਣਗੇ। ਹਾਲ ਭਵਿੱਖ ਦੇ ਵਿੱਚ ਕੋਈ ਇਹਨਾਂ ਨੂੰ ਚੱਕਣ ਦਾ ਜਾਂ ਹੋਰ ਅਸੀਂ ਮਾਨਾ ਨਹੀਂ ਰੱਖਦੇ। ਤੇ 15 ਤਰੀਕ ਨੂੰ ਬਕਾਇਦਾ ਚੰਡੀਗੜ੍ਹ ਦੇ ਵਿੱਚ ਸਾਡੀ 30 ਜਥੇਬੰਦੀਆਂ ਦੀ ਮੀਟਿੰਗ ਬੁਲਾਈ ਹੋਈ ਹੈ, ਉਹਦੇ ਵਿੱਚ ਅਗਲੀ ਰਣਨੀਤੀ ਅਸੀਂ ਤਿਆਰ ਕਰਾਂਗੇ। ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਲੋਕ ਰੰਗ ਪੰਜਾਬੀ ਚੈਨਲ ਨੂੰ ਸਮਾਂ ਦੇਣ ਲਈ। ਇਹ ਸਨ ਬੂਟਾ ਸਿੰਘ ਬੁਰਜਗਿੱਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਟਾਈਮ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਇਹ ਧਰਨੇ ਚੁੱਕਣ ਦਾ ਕੋਈ ਮਨ ਨਹੀਂ ਹੈ ਸਾਡਾ। ਅੱਗੇ ਦੇਖਾਂਗੇ ਕਿ ਸਰਕਾਰਾਂ ਦਾ ਹੁਣ ਇਸ ਮਾਮਲੇ ਤੇ ਕੀ ਰੁਖ ਰਹੇਗਾ। ਧੰਨਵਾਦ।